ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਸਮੇਂ-ਸਮੇਂ ਤੇ ਸਥਾਨਕ ਲੋਕਾਂ ਵੱਲੋਂ ਤੰਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਸਿੱਖ ਨਹੀਂ ਭੁੱਲੇ ਹੋਣੇ ਜੂਨ 2018 ਦੀ ਉਸ ਘਟਨਾ ਨੂੰ, ਜਦੋਂ ਸ਼ਿਲੌਂਗ ਵਿਖੇ ਸਥਾਨਕ ਲੋਕਾਂ ਦੇ ਵੱਲੋਂ ਸਿੱਖਾਂ ਦੇ ਉੱਤੇ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ। ਉਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਪਹੁੰਚ ਕੇ 3 ਦਿਨ ਉੱਥੇ ਰਹਿ ਕੇ ਮਾਹੌਲ ਠੀਕ ਕਰਨ ਦਾ ਪੂਰਾ ਯਤਨ ਕੀਤਾ ਗਿਆ ਅਤੇ ਸਿੱਖਾਂ ਨੂੰ ਇਹ ਅਹਿਸਾਸ ਦਿਵਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾ ਹੀ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਵੀ ਪੈਰਵਾਈ ਕਰਦੀ ਰਹੇਗੀ। ਇੰਨਾ ਹੀ ਨਹੀਂ, ਉੱਥੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ ਵੀ ਆਰੰਭ ਹੋਏ। ਉੱਥੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਲਗਭਗ ਹੁਣ ਪੂਰਨ ਹੋ ਚੁੱਕਾ ਹੈ ਅਤੇ ਉਸ ਉੱਤੇ ਹੁਣ ਤੱਕ 4 ਕਰੋੜ ਖਰਚ ਵੀ ਆ ਚੁੱਕਾ ਹੈ ਅਤੇ ਇਹ ਸਾਰਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਅੱਜ ਸ਼ਿਲੌਂਗ ਤੋਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋਏ ਵੀਰ ਜੀ ਪਹੁੰਚੇ ਨੇ, ਜਿਨ੍ਹਾਂ ਨੂੰ ਕਿ 10 ਲੱਖ ਰੁਪਏ ਦੀ ਹੋਰ ਸਹਾਇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦੇਣਗੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਅਹੁਦੇਦਾਰ। ਅਸੀਂ ਗੱਲ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਸਿਆਲਕਾ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਿੱਖਾਂ ਦਾ ਪੇਕਾ ਘਰ ਹੈ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਵਸਦੇ ਹੋਣ। ਕੋਈ ਘਟਨਾ ਭਾਵੇਂ ਛੱਤੀ ਸਿੰਘਪੁਰਾ ਵਾਪਰੇ, ਭਾਵੇਂ ਸ਼ਿਲਾਂਗ ਵਾਪਰੇ ਅਤੇ ਭਾਵੇਂ ਦਿੱਲੀ ਦੇ ਦੰਗੇ ਹੋਣ, ਹਮੇਸ਼ਾ ਸਿੱਖ ਆਪਣੇ ਪਿਛੋਕੜ ਦੇ ਉੱਤੇ, ਆਪਣੇ ਭਰਾਵਾਂ ਦੇ ਉੱਤੇ ਮਾਣ ਕਰਦੇ ਨੇ ਅਤੇ ਉਹਦੇ ਉੱਤੇ ਪੰਜਾਬ ਦੇ ਸਿੱਖ ਪੂਰਾ ਵੀ ਉਤਰਦੇ ਨੇ। ਅਤੇ ਉਹਦੇ ਵਿੱਚ ਜਿਹੜਾ ਮੇਨ ਜਿਹੜੀ ਆਪਣਾ ਰੋਲ ਆ, ਕੀ ਰੋਲ ਜਿਹੜਾ ਉਹ ਧਾਰਮਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਤੋਂ ਰਿਹਾ। ਪਿਛਲੇ ਸਮੇਂ ਦੌਰਾਨ ਜਦੋਂ ਸ਼ਿਲਾਂਗ ਵਸਦੇ ਇਹਨਾਂ ਸਿੱਖਾਂ ਤੇ ਜਿਹੜੇ 1853 ਦੇ ਵਿੱਚ ਉੱਥੇ ਜਾ ਕੇ ਵਸੇ ਨੇ, ਜਿਨ੍ਹਾਂ ਅੱਜ ਵੀ ਜਦੋਂ ਇੱਥੇ ਪੰਜਾਬ ਦੇ ਵਿੱਚ ਕੁਝ ਲੋਕ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ, ਐਵੇਂ ਹਿੰਦੀ ਨੂੰ ਤਰਜੀਹ ਦੇਈ ਜਾਂਦੇ, ਅੰਗਰੇਜ਼ੀ ਨੂੰ ਮੂੰਹ ਮਾਰੀ ਜਾਂਦੇ ਆ, ਉੱਥੇ ਵਸਦੇ ਸਿੱਖਾਂ ਨੇ ਉਦੋਂ ਦੀ 1853 ਦੀ ਜਿਹੜੀ ਭਾਸ਼ਾ ਨਾ, ਪੰਜਾਬੀ ਦਾ ਉਚਾਰਨ ਅੱਜ ਵੀ ਉਹ ਬਰਕਰਾਰ ਰੱਖਿਆ। ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਤੁਰੰਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਜ਼ਿੰਮੇਵਾਰੀ ਲਾਈ ਗਈ, ਨਾਲ ਮੇਰੇ ਸਾ ਕੁਲਵੰਤ ਸਿੰਘ ਜੀ ਮੰਨਣ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੀ ਅਗਵਾਈ 'ਚ ਅਸੀਂ ਉੱਥੇ ਗਏ। ਉਸ ਵੇਲੇ ਜਥੇਦਾਰ ਸ੍ਰੀ ਦਮਦਮਾ ਸਾਹਿਬ, ਸੰਤ ਦਮਦਮਾ ਸਾਹਿਬ, ਜਦੋਂ ਅਸੀਂ ਗਏ ਤਾਂ ਉਸ ਵੇਲੇ ਹਾਲਾਤ ਬਹੁਤ ਤਣਾਅਪੂਰਨ ਸੀ। ਇੱਥੋਂ ਤੱਕ ਕਿ ਸਾਡੇ ਜਦੋਂ ਅਸੀਂ ਸ਼ਾਮ ਨੂੰ ਪਹੁੰਚੇ, ਸ਼ਾਮ ਨੂੰ ਜਾਂਦੇ ਅਸੀਂ ਉੱਥੇ ਡਿਪਟੀ ਸੀਐਮ ਸਾਹਿਬ ਨੂੰ ਮਿਲੇ, ਉੱਥੋਂ ਦੇ ਡੀਸੀ ਸਾਹਿਬ ਨੂੰ ਮਿਲੇ, ਅਤੇ ਉਸ ਵੇਲੇ ਹਾਲਾਤ, ਕਰਫਿਊ ਲੱਗਾ ਹੋਇਆ ਸੀ ਬੜਾ ਬਾਜ਼ਾਰ ਦੇ ਵਿੱਚ, ਪਰ ਅਸੀਂ ਕਰਫਿਊ ਦੇ ਵਿੱਚ ਵੀ ਜਿਹੜਾ ਉੱਥੇ ਜਾ ਕੇ ਪੰਜਾਬੀ ਲੇਨ ਜਿਹੜਾ ਉੱਥੇ ਜਾ ਕੇ ਅਸੀਂ ਜਿਹੜੇ ਪਰਿਵਾਰ ਉੱਥੇ ਵਸੇ ਉਹਨਾਂ ਕੋਲ ਰਾਤ ਗਏ, ਉਹਨਾਂ ਨੂੰ ਮਿਲੇ, ਉਹਨਾਂ ਦੀ ਗੱਲ ਸੁਣੀ। ਅਗਲੇ ਦਿਨ ਜਦੋਂ ਅਸੀਂ ਬੜਾ ਬਾਜ਼ਾਰ ਗਏ ਅਤੇ ਉਸ ਵੇਲੇ ਵੀ ਪੈਟਰੋਲ ਪੰਪ 'ਤੇ ਗੋਲੀਬਾਰੀ ਹੋ ਰਹੀ ਸੀ, ਪੈਟਰੋਲ ਪੰਪ ਸੁੱਟੇ ਜਾ ਰਹੇ ਸਨ। ਉਸ ਵੇਲੇ ਜਾ ਕੇ ਅਸੀਂ ਇਹਨਾਂ ਦੇ ਨਾਲ ਜਾ ਕੇ ਇਹਨਾਂ ਨੂੰ ਪੰਜਾਬ ਵੱਲੋਂ, ਸਮੁੱਚੀ ਸਿੱਖ ਕੌਮ ਵੱਲੋਂ ਭਰੋਸਾ ਦਿਵਾਇਆ। ਇਹਦੇ ਤੋਂ ਪਹਿਲਾਂ ਕਿਉਂਕਿ ਉਹ ਬੜਾ ਛੋਟਾ ਜਿਹਾ ਏਰੀਆ ਅਤੇ ਬੜਾ ਪ੍ਰਾਈਮ ਲੋਕੇਸ਼ਨ ਹੈ, ਸ਼ਾਇਦ 2.25 ਏਕੜ ਜਿਹੜੀ ਜਗ੍ਹਾ ਵਾ, ਉਹਦੇ 'ਤੇ ਸਥਾਨਕ ਵਾਸੀਆਂ ਵੱਲੋਂ ਜਿਹੜਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਮਾਫੀਆ ਜਿਹੜਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਦੇ ਤੋਂ ਪਹਿਲਾਂ ਜਦੋਂ ਇਹ ਘਟਨਾਵਾਂ ਵਾਪਰਨ ਦੇ ਮੁੱਢ ਵੱਜਦੇ ਨੇ, ਉਹਦੇ ਤੋਂ ਪਹਿਲਾਂ ਸਿੱਖ ਹਮੇਸ਼ਾ ਜਿਹੜਾ ਉਹ ਜਾਂਦੇ ਰਹਿੰਦੇ ਨੇ ਆਪਣੇ ਜਿੱਥੇ ਵੀ ਕਿਤੇ ਸਾਡੇ ਸਿੱਖ ਵਾਸਤੇ। ਅਤੇ ਉਸ ਸਮੇਂ ਦੌਰਾਨ ਹੀ ਉਸ ਮੁੱਖ ਮੰਤਰੀ ਪੰਜਾਬ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਗਏ ਸਨ। ਇਹਨਾਂ ਨੇ ਉੱਥੋਂ ਦੇ ਸਿੱਖਾਂ ਨੇ ਬਾਲ ਸਾਹਿਬ ਕੋਲ ਆਪਣੀ ਗੱਲ ਰੱਖੀ ਕਿ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਕਿ ਅਸੀਂ ਵੱਡਾ ਗੁਰੂ ਘਰ ਬਣਾ ਸਕੀਏ, ਕਿਉਂਕਿ ਉਹ ਏਰੀਆ ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਵੀ ਗਏ ਨੇ। ਉੱਥੇ ਬਾਲ ਸਾਹਿਬ ਨੇ, ਉਦੋਂ ਮੱਕੜ ਸਾਹਿਬ ਪ੍ਰਧਾਨ ਸਨ, ਉਦੋਂ 25 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਜਾਰੀ ਕਰਵਾ ਕੇ ਅਤੇ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ। ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਤਕਰੀਬਨ ਮੁਕੰਮਲ ਹੋ ਗਈ, ਹੁਣ ਫਿਨਿਸ਼ਿੰਗ ਰਹਿ ਗਈ, ਮਾਰਬਲ ਲੱਗਣ ਵਾਲਾ ਰਹਿ ਗਿਆ, ਆਪਣਾ ਵਾਇਰਿੰਗ ਹੋਣ ਵਾਲੀ ਰਹਿ ਗਈ, ਹੋਰ ਜਿਹੜੀਆਂ ਗੁਰਦੁਆਰੇ ਦੀ ਤਿਆਰੀ ਦੀਆਂ ਦੂਸਰੀਆਂ ਰਹਿ ਗਈਆਂ ਨੇ। ਹੁਣ ਵੀ ਇਹਨਾਂ ਵੱਲੋਂ ਉੱਥੋਂ 50 ਲੱਖ ਦੀ ਡਿਮਾਂਡ ਕੀਤੀ ਗਈ ਸੀ। ਉਹਦੇ ਕਿਉਂਕਿ ਕੋਵਿਡ ਦੇ ਚੱਲਦਿਆਂ ਇਸ ਵੇਲੇ ਫੰਡ ਵਗੈਰਾ ਜਿਹੜੇ ਉਹ ਬਹੁਤ ਵਰਤੇ ਜਾ ਚੁੱਕੇ ਨੇ ਅਤੇ ਇਸ ਵੇਲੇ ਆਮਦਨ ਵੀ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਅਤੇ ਸਮੁੱਚੀ ਐਗਜੈਕਟਿਵ ਨੇ ਜਦੋਂ ਇਸ ਚੀਜ਼ 'ਤੇ ਵਿਚਾਰ ਕੀਤੀ ਅਤੇ ਮੈਂ ਉਹਨਾਂ ਨੂੰ ਹਾਲਾਤ ਦੱਸੇ ਵੀ ਅਸੀਂ ਉਹ ਜ਼ਿੰਮੇਵਾਰੀ ਲੱਗੀ ਸੀ ਹੋ ਕੇ ਆਏ।
ਤੇ ਗੁਰਦੁਆਰਾ ਸਾਹਿਬ ਦੀ ਬੜੀ ਵੱਡੀ ਇਮਾਰਤ ਬਣੀ ਆ। ਗੁਰੂ ਨਾਨਕ ਦਰਬਾਰ ਬੜੀ ਸੋਭਾ ਵਾਲਾ ਗੁਰਦੁਆਰਾ ਸਾਹਿਬ ਬਣ ਰਿਹਾ। ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਜਿਹੜਾ ਉਹ 10 ਲੱਖ ਰੁਪਈਆ ਅਸੀਂ ਇਹਨਾਂ ਨੂੰ ਜਿਹੜਾ ਐਸ ਪਿਛਲੀ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ। ਜਿਹੜੀ ਵੀ ਹੋਰ ਲੋੜ ਹੋਈ, ਜਦੋਂ ਵੀ ਹੋਰ ਲੋੜ ਹੋਈ, ਅਸੀਂ ਇਹਨਾਂ ਨੂੰ ਜਿਹੜਾ ਉਹ ਇਹਨਾਂ ਦੀਆਂ ਉਹ ਮੰਗ ਪੂਰੀ ਕਰਾਂਗੇ ਜਿਸ ਵੇਲੇ ਹਾਲਾਤ ਸਾਜ਼ਗਾਰ ਹੁੰਦੇ ਨੇ। ਤੇ ਮੈਂ ਸਗੋਂ ਇਹ ਵੀ ਬੇਨਤੀ ਕਰੂੰਗਾ ਇਹਨਾਂ ਨੂੰ ਕਿ ਜਦੋਂ ਵੀ ਤੁਸੀਂ ਉੱਥੇ ਪ੍ਰਕਾਸ਼ ਕਰ ਸਕਣ ਦੀ ਸਮਰੱਥਾ ਦੇ ਵਿੱਚ ਆ ਸਕੋ ਗੁਰਦੁਆਰਾ ਸਾਹਿਬ ਦੀ, ਤੇ ਤੁਸੀਂ ਪ੍ਰਕਾਸ਼ ਜ਼ਰੂਰ ਉਸ ਵੇਲੇ ਜ਼ਰੂਰ ਸਾਨੂੰ ਸੱਦਿਓ। ਤੇ ਇਸ ਤਰ੍ਹਾਂ ਦਾ ਬਣਾਇਓ ਕਿ ਜਿਹੜਾ ਕੋਈ ਵੱਡਾ ਸਮਾਗਮ ਨਾ ਹੋਵੇ, ਜਿਹੜਾ ਇੱਥੇ ਵੀ ਹੋਵੇ ਤੇ ਉੱਥੇ ਵੀ ਹੋਵੇ, ਉਹ ਤੋਂ ਪਹਿਲਾਂ ਤੁਸੀਂ ਬਣਾ ਲਿਓ। ਜਿਵੇਂ ਇਹਨਾਂ ਨੂੰ ਮੈਂ ਗੱਲ ਕਰ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਮੇਂ ਪ੍ਰਕਾਸ਼ ਕਰਦੀ ਗੁਰਦੁਆਰਾ ਸਾਹਿਬ ਦੇ ਵਿੱਚ। ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਪਹਿਲਾਂ ਦਾ ਰੱਖ ਲਿਓ, ਭਾਵੇਂ ਹਫ਼ਤਾ 10 ਦਿਨ ਪਹਿਲਾਂ ਰੱਖ ਲਿਓ, ਕਿਉਂਕਿ ਉਦੋਂ ਸਾਰੀ ਇੱਥੇ ਰੁੱਝੇ ਹੋਣਾ ਤੇ ਉਸ ਵੇਲੇ ਅਸੀਂ ਜਾਵਾਂਗੇ। ਇਹ ਸਾਰੇ ਹੀ ਮੈਂਬਰ ਸਾਹਿਬ ਸਮਰਜੀਤ ਸਿੰਘ ਭਲਾਈਪੁਰ, ਸਾਡੇ ਸਕੱਤਰ ਸਾਹਿਬ ਸਤਿਦੇਵ ਸਿੰਘ ਭੂਰਾ ਭਗੋਨਾ, ਸੁਲੱਖਣ ਸਿੰਘ ਜੀ ਭੰਗਾਲੀ, ਬੈੜਵਾਲ ਸਾਹਿਬ, ਇਹ ਵੀਰ ਜੀ ਹੋਣੀ ਜਿਨ੍ਹਾਂ ਨੇ ਇਹ ਚੈੱਕ ਦਾ ਸਾਰਾ, ਕਿਉਂਕਿ ਥੋੜ੍ਹੀ ਜਿਹੀ ਇਹਦੇ 'ਚ ਕਰੈਕਸ਼ਨ ਹੋਣ ਵਾਲੀ ਇਹਨਾਂ ਨਵੇਂ ਸਿਰਿਓਂ ਕਰਕੇ ਦਿੱਤੀ। ਅੱਜ ਇਹਨਾਂ ਨੇ ਵਾਪਸ ਚਲ ਜਾਣਾ ਸਵੇਰੇ। ਅੱਜ ਇਸ ਕਰਕੇ ਜਿਸ ਵੇਲੇ ਐਜ ਅਰਲੀ ਐਜ ਪੋਸੀਬਲ ਇਹ ਚੈੱਕ ਬਣ ਗਿਆ, ਇਹਨਾਂ ਨੂੰ ਸੱਦ ਕੇ ਚੈੱਕ ਇਹਨਾਂ ਦੇ ਹਵਾਲੇ ਕਰ ਦਿੱਤਾ। ਇਹ ਅੱਗੇ ਤੋਂ ਵੀ ਜਿੱਥੇ ਵੀ ਕਿਤੇ ਕੋਈ ਜਿਵੇਂ ਛਲਾਂਗ ਆ, ਸਿੱਕਮ ਆ, ਜਿੱਥੇ ਵੀ ਕਿਤੇ ਸਿੱਖਾਂ ਦੀ ਕੋਈ ਸਮੱਸਿਆ ਹੁੰਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਨਾਲ ਖਲੋਂਦੀ ਆ। ਗੁਰਜੀਤ ਸਿੰਘ ਜੀ ਜਿਹੜੇ ਕਿ ਸ਼ਿਲੌਂਗ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋਏ ਇੱਥੇ ਪਹੁੰਚੇ ਹੋਏ ਨੇ ਸਹਾਇਤਾ ਲੈਣ ਦੇ ਲਈ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤੇ ਉੱਥੋਂ ਦੇ ਹਾਲਾਤਾਂ ਬਾਰੇ ਵੀ ਅਸੀਂ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸੀਐਮ ਸਾਹਿਬ ਸੀ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਦੋਂ 2016 ਦੇ ਵਿੱਚ ਬਾਦਲ ਸਾਹਿਬ ਉੱਥੇ ਗਏ ਸੀ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਆਰੰਭ ਕਰਵਾਇਆ, ਨੀਂਹ ਪੱਥਰ ਰਖਵਾਇਆ ਉੱਥੇ ਤੇ ਸਹਾਇਤਾ ਦਿੱਤੀ। ਮਤਲਬ ਪੂਰੇ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਜਿਹੜਾ ਉਹ ਅਸੀਂ ਤੁਹਾਨੂੰ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾ ਕੇ ਦੇਵਾਂਗੇ ਤੇ ਜਦੋਂ ਵੀ ਜ਼ਰੂਰਤ ਹੁੰਦੀ ਆ ਸ਼੍ਰੋਮਣੀ ਕਮੇਟੀ ਸਾਡੇ ਨਾਲ ਪੂਰੀ ਸਹਿਯੋਗ ਕਰਦੀ ਆ। ਉਸ ਟਾਈਮ ਵੀ 25 ਲੱਖ ਰੁਪਇਆ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਸ ਤੋਂ ਬਾਅਦ ਜਦੋਂ 2018 ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਸੀ, ਉਸ ਟਾਈਮ ਵੀ ਗੁਰਦੁਆਰਾ ਸਾਹਿਬ ਦਾ ਕੰਮ ਰੁਕ ਗਿਆ ਸੀ। ਉਸ ਟਾਈਮ ਵੀ 10 ਲੱਖ ਰੁਪਇਆ ਸਹਾਇਤਾ ਦਿੱਤੀ ਤੇ ਹੁਣ ਵੀ ਗੁਰਦੁਆਰਾ ਸਾਹਿਬ ਅਸੀਂ ਸੋਚਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਗੁਰਪੁਰਬ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇ। ਇਸ ਵਾਸਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਸੰਗਤਾਂ ਨੇ ਫਿਰ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਬੇਨਤੀ ਕੀਤੀ ਕਿ ਸਾਨੂੰ ਸਹਿਯੋਗ ਕੀਤਾ ਜਾਵੇ ਤਾਂ ਕਿ ਲੰਬੇ ਸਮੇਂ ਤੋਂ ਜੋ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਰਿਹਾ, ਇਮਾਰਤ ਅਜੇ ਤੱਕ ਕੰਪਲੀਟ ਨਹੀਂ ਹੋਈ, ਉਹ ਕੰਪਲੀਟ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ। ਇਸ ਵਾਸਤੇ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਫਿਰ ਉੱਥੋਂ ਦੇ ਸਿੱਖਾਂ ਦੀ ਜੋ ਕਿ ਕਿਰਤੀ ਸਿੱਖ ਹਨ, ਇਹਨਾਂ ਗੁਰਦੁਆਰਾ ਸਾਹਿਬ ਇਹੋ ਜਿਹੇ ਲੈਵਲ ਦੇ ਉੱਤੇ ਗੁਰਦੁਆਰਾ ਸਾਹਿਬ ਨਹੀਂ ਬਣਾ ਸਕਦੇ ਤੇ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਕੀਤਾ 10 ਲੱਖ ਦਾ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਗਾਂਹ ਵੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੱਡੀ ਇਮਾਰਤ ਬਣੀ ਆ ਉਹਨੂੰ ਚਲਾਉਣ ਦੇ ਵਿੱਚ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਸ ਦਾ ਸਹੀ ਢੰਗ ਦੇ ਨਾਲ ਜਿਹੜਾ ਸੰਚਾਲਨ ਆ ਉਹ ਵੀ ਸਹੀ ਤਰੀਕੇ ਨਾਲ ਹੋਵੇ, ਉਸ ਦੇ ਵਿੱਚ ਵੀ ਸਹਿਯੋਗ ਦਿੱਤਾ ਜਾਵੇ। ਤੇ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਕੇ ਪ੍ਰਕਾਸ਼ ਕਰਾਂਗੇ ਤੇ ਸਾਰੀ ਸਿੱਖ ਸੰਗਤ ਜਿਨ੍ਹਾਂ ਨੇ 2018 ਦੇ ਵਿੱਚ ਸਾਡਾ ਬੜਾ ਸਹਿਯੋਗ ਕੀਤਾ, ਸਾਰੀ ਸੰਗਤ ਨੂੰ ਅਸੀਂ ਖੁੱਲ੍ਹੇ ਤੌਰ ਤੇ ਬੁਲਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੁਲਾਵਾਂਗੇ ਕਿ ਇੱਥੇ ਆ ਕੇ ਸਾਰੇ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰੋ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉੱਥੇ ਪੂਰੀ ਬਖਸ਼ਿਸ਼ ਵਰਤ ਰਹੀ ਆ। ਸਾਰੇ ਬੱਚੇ ਜਿਹੜੇ ਆ ਉਹ ਅੰਮ੍ਰਿਤਧਾਰੀ ਆ, ਦਮਾਲੇ ਸਜਾਉਂਦੇ ਆ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਜਿਹੜੀ ਉੱਥੇ ਪੂਰੇ ਤੌਰ ਦੇ ਉੱਤੇ ਮੌਜੂਦ ਆ। 2018 ਦੀ ਘਟਨਾ ਤੋਂ ਬਾਅਦ ਕੋਈ ਉਸ ਤੋਂ ਬਾਅਦ ਤੁਹਾਨੂੰ ਇਦਾਂ ਦਾ ਮਾਹੌਲ ਲੱਗਿਆ ਕਿ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਬਹੁਤ ਘਟ ਗਈਆਂ ਘਟਨਾਵਾਂ? ਨਹੀਂ, ਉਸ ਤਰ੍ਹਾਂ ਦਾ ਮਾਹੌਲ ਤੇ ਅਜੇ ਨਹੀਂ ਆ ਹੁਣ ਫਿਲਹਾਲ, ਪਰ ਜਿਹੜਾ ਕੇਸ ਆ ਉਹ ਅਜੇ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਕਿ ਉੱਥੋਂ ਦਾ ਜਿਹੜਾ ਮਤਲਬ ਜਿਸ ਤਰ੍ਹਾਂ ਉਹ ਮੇਨ, ਜਿਸ ਤਰ੍ਹਾਂ ਆਪ ਜੀ ਨੂੰ ਸਿਆਲਕਾ ਸਾਹਿਬ ਨੇ ਦੱਸਿਆ ਕਿ ਮੇਨ ਸ਼ਹਿਰ ਦੇ ਵਿੱਚ ਆ ਗਈ ਜਗ੍ਹਾ ਤੇ ਲਗਭਗ 2-2.5 ਏਕੜ ਜ਼ਮੀਨ ਆ ਜਿਹਦੀ ਕੋਈ ਕੀਮਤ ਹੀ ਨਹੀਂ ਆ, ਬਹੁਤ ਜ਼ਿਆਦਾ ਕੀਮਤ ਵਾਲੀ ਜ਼ਮੀਨ ਆ ਤੇ ਉਹ ਉੱਥੋਂ ਦੀ ਲੋਕ ਜਿਹੜੇ ਆ ਉਹ ਚਾਹੁੰਦੇ ਆ ਕਿ ਜ਼ਮੀਨ ਜਿਹੜੀ ਹੈ ਅਸੀਂ ਲੈ ਲਈਏ ਤੇ ਜ਼ਬਰਦਸਤੀ ਉੱਥੋਂ ਕੱਢਣਾ ਚਾਹੁੰਦੇ। ਤੇ ਸਿੱਖ ਜਿਹੜੇ ਸਾਰੀ ਦੁਨੀਆ ਦੇ ਵਿੱਚ ਸਿੱਖ ਰਾਜ ਕਰਦੇ ਆ,
ਲੋਕਾਂ ਦੀ ਮਦਦ ਕਰਦੇ। ਇਸ ਵਾਸਤੇ ਉਸ ਟਾਈਮ ਵੀ ਅਸੀਂ ਬੇਨਤੀ ਕੀਤੀ ਕਿ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਅਗਰ ਹੋਏਗਾ ਤਾਂ ਬਹੁਤ ਮਾੜੀ ਗੱਲ ਆ, ਤੇ ਸਾਰੇ ਹੀ ਸਿੱਖ, ਪੂਰੇ ਸੰਸਾਰ ਭਰ ਦੇ ਸਿੱਖਾਂ ਨੇ ਸਹਿਯੋਗ ਕੀਤਾ ਸਾਡਾ, ਤੇ ਅਗਾਂਹ ਵੀ ਅਸੀਂ ਸਾਰੇ ਸਿੱਖਾਂ ਦੇ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਸਹਿਯੋਗ ਕੀਤਾ ਜਾਵੇ, ਤਾਂ ਕਿ ਉਹ ਜਿਹੜੇ ਇੰਨੇ ਪੁਰਾਣੇ ਸਿੱਖ ਜਿਹੜੇ ਉੱਥੇ ਵੱਸਦੇ ਆ ਉਸੇ ਤਰ੍ਹਾਂ ਹੀ ਵੱਸਦੇ ਰਹਿਣ। ਕਿਉਂਕਿ ਅਗਰ ਉੱਥੋਂ ਸਿੱਖਾਂ ਨੂੰ ਉਖਾੜ ਦਿੱਤਾ ਗਿਆ ਤੇ ਬਾਕੀ ਹੋਰ ਵੀ ਜਿਹੜੇ ਪ੍ਰਾਂਤ ਹੈ ਜਿੱਥੇ ਸਿੱਖ ਰਹਿੰਦੇ ਉੱਥੋਂ ਵੀ ਉਖਾੜ ਦਿੱਤਾ ਜਾ ਸਕਦਾ। ਇੱਕ ਹੋਰ ਵੀ ਸਹਾਇਤਾ ਜਿਹੜੀ ਆ ਉਹ ਪ੍ਰਵਾਨ ਹੋਈ ਆ, ਉਹ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਸ ਵੇਲੇ ਹਾਲਾਤ ਸਾਜ਼ਗਾਰ ਹੁੰਦੇ ਨੇ ਕੋਈ, ਉਸ ਵੇਲੇ ਇਹਨਾਂ ਨੂੰ ਉਹ ਸਹਾਇਤਾ ਦੇ ਦਿੱਤੀ ਜਾਵੇਗੀ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ, ਇਹਨਾਂ ਦੀ ਵਧਾਈ ਵੀ ਦਿੰਦਾ ਵੀ ਇਹਨਾਂ ਨੇ ਜਿੱਥੇ ਆਪਣੀ ਬੋਲੀ, ਆਪਣੇ ਸਿੱਖੀ ਬਰਕਰਾਰ ਰੱਖੀ ਆ, ਉੱਥੇ ਅੱਜ ਵੀ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਅੱਜ ਵੀ ਉੱਥੇ ਨੇਮ ਨਾਲ ਜਾਪ ਕਰਕੇ, ਇਹ ਜਿਸ ਤਰ੍ਹਾਂ ਪੁਰਾਤਨ ਗੁਰਸਿੱਖ ਜਾਪ ਕਰਦੇ ਨੇ ਰੋਟੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ, ਅੱਜ ਵੀ ਜਾਪ ਕਰਕੇ ਉੱਥੇ ਪ੍ਰਸ਼ਾਦਾ ਛਕਦੇ ਨੇ। ਇਹ ਇਹਨਾਂ ਲਈ ਬੜੀ ਮਾਣ ਵਾਲੀ ਗੱਲ ਹੈ, ਤੇ ਸਾਡੇ ਲਈ ਜਿਹੜੀ ਸਿੱਖਿਆ ਲੈਣ ਵਾਲੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।